ਪਾਕਿਸਤਾਨ ਦੇ ਵਿੱਚ ਜਿਵੇਂ-ਜਿਵੇਂ ਮਸਾਇਲ ਵੱਧਦੇ ਪਏ ਨੇ ਨਾ ਤੇ ਜਿਹੜੇ ਮੇਨਸਟ੍ਰੀਮ ਮੀਡੀਆ ਹੈ, ਉਹ ਉਹਨਾਂ ਮਸਾਇਲ ਦੇ ਕਵਰ ਕਰਨ ਵਾਸਤੇ, ਉਹਦੇ ਉੱਤੇ ਆਪਣੀ ਰਾਏ ਦੇਣ ਵਾਸਤੇ ਜੋ ਕੁਝ ਤਰੀਕਾਕਾਰ ਇਖਤਿਆਰ ਕਰਨ ਡਿਆ ਵੇ, ਉਹ ਮੇਰੇ ਖਿਆਲ ਲੋਕਾਂ 'ਚ ਮਕਬੂਲ ਨਹੀਂ ਹੋ ਪਾ ਰਿਹਾ। ਔਰ ਇਸੇ ਵਾਸਤੇ ਇੱਕ ਬਹਿਸ ਛਿੜੀ ਹੋਈ ਹੈ ਇੱਥੇ ਕਿ ਸੋਸ਼ਲ ਮੀਡੀਆ ਨੂੰ ਬੰਦ ਕਰਨਾ ਚਾਹੀਦਾ ਹੈ, ਚਲਾਉਣਾ ਚਾਹੀਦਾ ਹੈ, ਜਾਂ ਉਹਦੇ ਵਾਸਤੇ ਕੋਈ ਜ਼ਾਬਤਾ ਹੋਣਾ ਚਾਹੀਦਾ ਹੈ, ਜਾਂ ਸੋਸ਼ਲ ਮੀਡੀਆ ਦੇ ਇਸਤੇਮਾਲ ਦੇ ਉੱਤੇ ਕੋਈ ਟੈਕਨੋਲੋਜੀ ਦੀ ਮਦਦ ਲਈ ਜਾਵੇ, ਕੀ ਕੀਤਾ ਜਾਵੇ। ਯਾਨੀ ਸਾਰੀ ਬਹਿਸ ਇਹ ਹੋ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਮਵਾਦ ਆ ਰਿਹਾ ਹੈ, ਉਹਦੇ ਤੋਂ ਕੁਝ ਚੈੱਕ ਹੋਵੇ। ਅਸਲ ਇਹ ਗੱਲ ਹੈ। ਅੱਛਾ, ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਦੇ ਉੱਤੇ, ਔਰ ਇਹਨਾਂ ਦੇ ਹੱਕ ਦੇ ਵਿੱਚ ਤੇ ਮੁਖਾਲਫਤ ਦੇ ਵਿੱਚ ਬਹੁਤ ਸਾਰੇ ਦਲਾਇਲ ਦਿੱਤੇ ਜਾ ਸਕਦੇ ਨੇ। ਲੇਕਿਨ ਸਾਡਾ ਜਿਹੜਾ ਮੌਜੂ ਹੈ ਨਾ, ਉਹ ਪਾਕਿਸਤਾਨ ਚੂੰਕਿ ਹਰ ਵੇਲੇ ਹੀ ਬੁਹਰਾਨ 'ਚ ਵੇ, ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਸੋਸ਼ਲ ਮੀਡੀਆ ਤੇ ਰਿਆਸਤ ਤੇ ਹਕੂਮਤ ਦੇ ਜਿਹੜੇ ਬੁਹਰਾਨ ਨੇ, ਇਹ ਉਹਨਾਂ ਦੇ ਉੱਤੇ ਗੱਲ ਕਰ ਲਈਏ ਕਿ ਜਿਹੜੀਆਂ ਰਿਆਸਤਾਂ ਹੁੰਦੀਆਂ ਨੇ, ਉਹ ਕਮਿਊਨੀਕੇਸ਼ਨ ਦੇ ਕ੍ਰਾਈਸਿਸ ਦੇ ਵਿੱਚ ਕਿਉਂ ਆਉਂਦੀਆਂ ਨੇ। ਉਹ ਇਸ ਵਾਸਤੇ ਆਉਂਦੀਆਂ ਨੇ ਕਿ ਉਹ ਕੋਈ ਗੱਲ ਲੁਕਾਉਣਾ ਚਾਹੁੰਦੀਆਂ ਨੇ, ਜਾਂ ਉਹ ਸਮਝਦੀਆਂ ਨੇ ਕਿ ਅਗਰ ਇਹ ਗੱਲ ਜਾਂ ਇਹ ਮਾਮਲਾ ਖੁੱਲਿਆ ਤੇ ਕੌਮੀ ਸਲਾਮਤੀ ਵਾਸਤੇ ਕੋਈ ਮਸਾਇਲ ਪੈਦਾ ਹੋਣਗੇ। ਇਹ ਪੂਰੀ ਦੁਨੀਆ 'ਚ ਹੁੰਦਾ ਵੇ। ਸਾਰੀ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਜਮਹੂਰੀਅਤਾਂ ਨੇ, ਉਹ ਵੀ ਕਈ ਗੱਲਾਂ ਲੁਕਾਉਂਦੀਆਂ ਨੇ। ਲੇਕਿਨ ਇੱਕ ਗੱਲ ਹੈਗੀ ਕਿ ਉਹਨਾਂ ਨੇ ਇੱਕ ਅਸੂਲ ਤੈਅ ਕਰ ਲਿਆ। ਮਸਲਨ ਅਮਰੀਕਾ, ਬਰਤਾਨੀਆ ਵਗੈਰਾ ਜਿਹੜੇ ਨੇ, ਉਹ 35 ਸਾਲ 50 ਸਾਲ ਬਾਅਦ ਜਿਹੜਾ ਆਪਣਾ ਰਿਕਾਰਡ ਹੈ, ਉਹ ਓਪਨ ਕਰ ਦਿੰਦੇ ਨੇ। ਤੇ ਉਹ ਜਿਹੜੀ ਨਸਲ ਨੇ ਆਪਣੇ ਬਚਪਨ ਵਿੱਚ ਕੋਈ ਵਾਕਿਆਤ ਸੁਣੇ ਹੁੰਦੇ ਨੇ, ਉਹ ਬੁਢਾਪੇ ਦੇ ਵਿੱਚ ਜਾ ਕੇ ਉਹ ਕਲੀਅਰ ਹੋ ਜਾਂਦੇ ਨੇ। ਤੇ ਉਹਦੇ ਨਾਲ ਜਿਹੜੇ ਤਾਰੀਖੀ ਤੌਰ ਤੇ ਕੋਈ ਗਲਤੀਆਂ ਹੁੰਦੀਆਂ ਉਹਨਾਂ ਦੀਆਂ, ਉਹ ਦਰੁਸਤ ਕਰਨ ਦੇ ਵਿੱਚ ਮਦਦ ਮਿਲ ਜਾਂਦੀ। ਸਾਡੇ ਇੱਥੇ ਇੰਜ ਨਹੀਂ ਹੁੰਦਾ। ਜਦੋਂ ਦਾ ਪਾਕਿਸਤਾਨ ਬਣਿਆ ਵੇ, ਮਸਾਇਲ ਪੈਦਾ ਹੁੰਦੇ ਨੇ, ਬੁਹਰਾਨ ਪੈਦਾ ਹੁੰਦੇ ਨੇ, ਤੇ ਫਿਰ ਜੇ ਬਹੁਤ ਲੋਕਾਂ ਦਾ ਦਬਾਅ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਹਦੇ ਉੱਤੇ ਜਨਾਬ ਅਸੀਂ ਇਨਕੁਆਇਰੀ ਕਰਨੇ ਆ, ਕੋਈ ਕਮਿਸ਼ਨ ਬਣਾਉਣੇ ਆ। ਉਹ ਜੁਡੀਸ਼ੀਅਲ ਕਮਿਸ਼ਨ ਵੀ ਹੁੰਦਾ ਵੇ, ਉਹ ਕੋਈ ਅਫਸਰਾਂ ਦਾ ਵੀ ਕਮਿਸ਼ਨ ਬਣ ਜਾਂਦਾ ਹੈ, ਕੋਈ ਹੋਰ ਤਰ੍ਹਾਂ ਦਾ ਵੀ ਹੁੰਦਾ ਹੈ। ਲੇਕਿਨ ਉਹਨਾਂ ਦੇ ਕਦੀ ਨਤਾਇਜ ਨਹੀਂ ਨਿਕਲੇ, ਲੋਕਾਂ ਸਾਹਮਣੇ ਆਏ ਨਹੀਂ। ਤੇ ਇਹਦੀ ਵਜ੍ਹਾ ਨਾਲ ਹੋਇਆ ਵੀ ਕਿ ਇੱਕ ਪੈਰਲਲ ਪਲੇਟਫਾਰਮ ਦੀ ਜ਼ਰੂਰਤ ਮਹਿਸੂਸ ਹੋਈ ਕਿ ਜਿੱਥੇ ਲੋਕ ਉਸ ਬਾਰੇ ਆਪਣੀ ਰਾਏ ਜ਼ਾਹਿਰ ਕਰ ਸਕਣ, ਤੇ ਜਾਂ ਜੇ ਕਿਸੇ ਕੋਲ ਕੋਈ ਖੁਫੀਆ ਸੀਕ੍ਰੇਟ ਇਨਫੋਰਮੇਸ਼ਨ ਆ ਜਾਵੇ ਤੇ ਉਹ ਉੱਥੇ ਇਜ਼ਹਾਰ ਕਰ ਦੇਵੇ। ਅੱਛਾ, ਸੋਸ਼ਲ ਮੀਡੀਆ ਨੇ ਇਹ ਵਾਲਾ ਜਿਹੜਾ ਗੈਪ ਸੀ ਪਾਕਿਸਤਾਨ ਦੇ ਵਿੱਚ, ਇਹਨੂੰ ਫਿਲ ਕੀਤਾ। ਇਸੇ ਵਾਸਤੇ ਸੋਸ਼ਲ ਮੀਡੀਆ ਇੱਥੇ ਬਹੁਤ ਮਕਬੂਲ ਹੋਇਆ। ਤੇ ਸੋ ਰਿਆਸਤੀ ਬੁਹਰਾਨ ਤੇ ਸੋਸ਼ਲ ਮੀਡੀਆ ਜਿਹੜਾ ਹੈ, ਇਹ ਇਹਦੇ ਉੱਤੇ ਜੇ ਗੱਲ ਕਰੀਏ ਤੇ ਅਸੀਂ ਰਿਆਸਤੀ ਬੁਹਰਾਨ ਦੇ ਵਿੱਚ ਵੇਖਦੇ ਹਾਂ ਕਿ ਦੋ ਤਿੰਨ ਵੱਡੇ ਮਾਮਲਾਤ ਨੇ। ਸਿਕਿਉਰਿਟੀ ਦਾ ਮਸਲਾ ਵੇ, ਉਹ ਅਸੀਂ ਸਾਰੇ ਜਾਣਦੇ ਹਾਂ। ਉਹਦੇ ਉੱਤੇ ਇੰਡੀਪੈਂਡੈਂਟਲੀ ਅਸੀਂ ਜਾਂ ਆਜ਼ਾਦਾਨਾ ਗੱਲ ਨਹੀਂ ਕਰ ਸਕਦੇ। ਫਿਰ ਇਸੇ ਤਰ੍ਹਾਂ ਮਾਸ਼ੀ ਮਸਾਇਲ ਨੇ ਪਾਕਿਸਤਾਨ, ਉਹਦੇ ਵਿੱਚ ਵੀ ਬਹੁਤ ਸਾਰੀਆਂ ਕਲਾਸੀਫਾਈਡ ਚੀਜ਼ਾਂ ਨੇ ਜਿਹੜੇ ਅਸੀਂ ਮੁਆਹਦੇ ਕਰਨੇ ਆ ਦੂਜੇ ਮੁਲਕਾਂ ਦੇ ਨਾਲ, ਆਲਮੀ ਅਦਾਰਿਆਂ ਦੇ ਨਾਲ, ਉਹ ਕਦੀ ਵੀ ਖੁੱਲ ਕੇ ਸਾਡੇ ਸਾਹਮਣੇ ਨਹੀਂ ਆਏ। ਬਲਕਿ ਕਈ ਸਾਲ ਬਾਅਦ ਕੋਈ ਇੱਕ ਸ਼ਿਕ ਦਾ ਪਤਾ ਲੱਗਦਾ ਹੈ ਪਾਰਲੀਮੈਂਟ ਦੇ ਵਿੱਚ, ਜਾਂ ਪਿਛਲੀ ਹਕੂਮਤ ਜਾਂਦੀ ਤੇ ਉਹ ਜੇ ਉਹ ਗੱਲ ਕਰਦੀ ਕਿ ਜਨਾਬ ਇਸ ਮੁਆਹਦੇ ਦੇ ਵਿੱਚ ਇਹ ਗੱਲ ਸੀ, ਤੇ ਉਹ ਸਾਨੂੰ ਪਤਾ ਲੱਗਦਾ। ਲੇਕਿਨ ਪੂਰੀ ਤਰ੍ਹਾਂ ਲੋਕਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਅਸੀਂ ਤੁਹਾਨੂੰ ਮਕਰੂਜ਼ ਕਰਨ ਡਏ ਆ, ਕਿਸੇ ਮੁਲਕ ਕਿਸੇ ਇਦਾਰੇ ਦੇ ਹੱਥ ਗਿਰਵੀ ਰੱਖਣ ਡਏ ਆ, ਤੇ ਇਹ ਸ਼ਰਾਇਤ ਦੇ ਉੱਤੇ ਤੁਹਾਨੂੰ ਗੁਲਾਮ ਬਣਾਉਣ ਡਏ ਆ ਜਨਾਬ। ਤੇ ਇਹ ਗੱਲ ਨਹੀਂ ਹੁੰਦੀ। ਫਿਰ ਸਾਡੇ ਜਿਹੜੇ ਨੇ ਨਾ ਸਿਆਸੀ ਬੰਦੋਬਸਤ, ਇਹ ਵੀ ਇੱਕ ਮਸਲਾ ਹੈਗਾ ਵੀ ਕਿ ਸਿਆਸੀ ਬੰਦੋਬਸਤ ਜਿਹੜਾ ਹੈ, ਉਹ ਰਿਆਸਤ ਆਪਣੇ ਹੱਥ ਦੇ ਵਿੱਚ ਰੱਖਦੀ ਹੈ, ਲੋਕਾਂ ਦੇ ਹੱਥ 'ਚ ਨਹੀਂ ਦਿੰਦੀ। ਤੇ ਫਿਰ ਕਈ ਚੀਜ਼ਾਂ ਲੁਕਾਉਣੀਆਂ ਪੈਂਦੀਆਂ ਨੇ। ਹੁਣ ਉਸ ਸਿਸਟਮ ਦੇ ਜਿਹੜੇ ਲੋਕ ਹਿੱਸਾ ਬਣਦੇ ਨੇ, ਉਹ ਕਦੀ ਨਾ ਕਦੀ ਗੱਲ ਖੋਲਦੇ ਨੇ। ਉਹ ਇਨਫਰਾਦੀ ਤੌਰ ਦੇ ਉੱਤੇ ਤਾਂ ਗੱਲ ਖੋਲਦੇ ਨੇ, ਲੇਕਿਨ ਇਦਾਰਾ ਜਾਤੀ ਸਤ੍ਹਾ ਦੇ ਉੱਤੇ ਇਹ ਗੱਲ ਕਦੀ ਵੀ ਬਾਹਰ ਨਹੀਂ ਆਉਂਦੀ। ਤੇ ਉਹ ਜਿਹੜੇ ਇਨਫਰਾਦੀ ਮਾਲੂਮਾਤ ਹੁੰਦੀਆਂ ਨੇ, ਉਹ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ, ਜਾਂ ਕਿਸੇ ਇੰਟਰਵਿਊ ਦਾ ਹਿੱਸਾ ਬਣਦੀਆਂ, ਜਾਂ ਹੋਰ ਤਰ੍ਹਾਂ। ਤੇ ਉਹਦੇ ਨਾਲ ਫਿਰ ਇੱਕ ਪੈਰਲਲ ਜਿਹੜਾ ਹੈ ਬਿਆਨੀਆ, ਉਹ ਬਣਦਾ ਜਨਾਬ। ਅੱਛਾ, ਇਹ ਰਿਆਸਤ ਦੇ ਨਾਲ ਨਾਲ ਇੱਕ ਹਕੂਮਤੀ ਬੁਹਰਾਨ ਵੀ ਹੁੰਦੇ ਨੇ। ਹਕੂਮਤੀ ਬੁਹਰਾਨ ਇਹ ਹੁੰਦਾ ਕਿ ਹਕੂਮਤਾਂ ਨੂੰ ਪਤਾ ਹੈ ਕਿ ਜਨਾਬ ਅਸੀਂ ਵੋਟ ਨਾਲ ਤਾਂ ਆਏ ਨਹੀਂ ਹੈਗੇ, ਅਸੀਂ ਕਿਸੇ ਕੂਵਤ ਦੀ ਸਰਪ੍ਰਸਤੀ ਦੀ ਵਜ੍ਹਾ ਨਾਲ ਆਏ ਹਾਂ। ਇਹ ਅਸੀਂ ਪਾਕਿਸਤਾਨ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਵੇਖਣ ਦੇ ਜੋ ਕੁਝ ਸਾਡੇ ਸਾਹਮਣੇ ਵੀ, ਇਸ ਤੋਂ ਪਹਿਲੇ ਵੀ ਕਈ ਵਾਰ ਹੋਇਆ। ਅਸੀਂ ਆਪਣੇ ਬਚਪਨ 'ਚ ਜਿਹੜੀਆਂ ਹਕੂਮਤਾਂ ਆਈਆਂ ਸੀ ਤੇ ਬੜੇ ਅਸੀਂ ਖੁਸ਼ ਹੁੰਦੇ ਸਾਂ ਕਿ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਫਰੋਗ ਪਾਉਣ ਡਈ। ਤੇ ਅਸਲ ਤੇ ਗੱਲ ਇਹ ਵੇ ਕਿ ਉਦੋਂ ਵੀ ਜਮਹੂਰੀਅਤ ਫਰੋਗ ਨਹੀਂ ਸੀ ਪਾਉਣ ਡਈ, ਕੁਝ ਹੋਰ ਕੂਵਤਾਂ ਜਿਹੜੀਆਂ ਨੇ ਉਹ ਤਾਕਤਵਰ ਹੋਣ ਡਈਆਂ ਸੀ। ਉਹ ਸਾਡੀ ਪੋਲੀਟੀਕਲ ਸਪੇਸ ਜਿਹੜੀ ਹੈਗੀ ਉਹ ਲੈ ਰਹੀਆਂ ਸੀ, ਔਰ ਸਾਡੇ ਸਿਆਸਤਦਾਨ ਹੱਸੀ ਖੁਸ਼ੀ ਜਿਹੜੀ ਉਹ ਸਪੇਸ ਦਿੱਤੀ ਜਾ ਰਹੇ ਸਨ। ਮਸਲਨ 1988 99 ਦੇ ਵਿੱਚ ਜਦੋਂ ਬੇਨਜ਼ੀਰ ਭੁੱਟੋ ਵਜ਼ੀਰ ਆਜ਼ਮ ਬਣੀਆਂ,
ਤੇ ਅਸੀਂ ਉਦੋਂ ਸਕੂਲ ਜਾਂਦੇ ਸਾਂ, ਲੇਕਿਨ ਪਤਾ ਸੀ ਅਖਬਾਰ ਪੜ੍ਹਨੇ ਸਾਂ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਹੋਈ ਕਿ ਜਨਾਬ ਉਹ ਵੋਟ ਤਾਂ ਲੈ ਕੇ ਉਹਨਾਂ ਨੂੰ ਸਾਦਾ ਅਕਸਰੀਅਤ ਮਿਲ ਗਈ, ਲੇਕਿਨ ਜਿਹੜੇ ਸਦਰ ਸਾਹਿਬ ਨੇ ਗੁਲਾਮ ਸਾਹ ਖਾਨ, ਉਹ ਉਹਨਾਂ ਨੂੰ ਬੁਲਾ ਨਹੀਂ ਰਹੇ, ਦਾਵਤ ਨਹੀਂ ਦੇ ਰਹੇ ਹਕੂਮਤ ਬਣਾਉਣ ਦੀ। ਫਿਰ ਬਾਅਦ ਚ ਇਹ ਡਿਬੇਟ ਆਉਣੀ ਸ਼ੁਰੂ ਹੋ ਗਈ ਅਖਬਾਰਾਂ 'ਚ ਖ਼ਬਰਾਂ ਕਿ ਜਨਾਬ ਉਹ ਮਿਰਜ਼ਾ ਅਸਲਮ ਬੇਗ ਸਾਹਿਬ ਦੇ ਵਿੱਚ ਮਾਮਲਾ ਤੇ ਗਏ ਨੇ ਤੇ ਉਹ ਚਾਹੁੰਦੇ ਨੇ ਕਿ ਕੁਝ ਵਜ਼ਾਰਤਾਂ ਜਿਹੜੀਆਂ ਬੇਨਜ਼ੀਰ ਭੁੱਟੋ ਨੂੰ ਨਾ ਦਿੱਤੀਆਂ ਜਾਣ ਹਕੂਮਤ ਨੂੰ, ਉਹ ਪਿਛਲੀ ਗਵਰਨਮੈਂਟ ਜਾਂ ਐਸਟੈਬਲਿਸ਼ਮੈਂਟ ਦੇ ਕੋਲ ਰੱਖੀਆਂ ਜਾਣ। ਔਰ ਅਸੀਂ ਫਿਰ ਵੇਖਿਆ ਕਿ ਸਾਹਿਬਜ਼ਾਦਾ ਯਕੂਬ ਖਾਨ ਔਰ ਬਾਕੀ ਕੁਝ ਲੋਕ ਜਿਹੜੇ ਸਨ ਉਹ ਸ਼ਾਮਿਲ ਕਰਵਾਏ ਗਏ, ਅਗਰਚੇ ਉਹ ਪੋਲੀਟੀਕਲੀ ਬੇਨਜ਼ੀਰ ਭੁੱਟੋ ਸਾਹਿਬਾਂ ਦੇ ਉਹ ਸਾਥੀ ਨਹੀਂ ਸਨ। ਤੇ ਇਹ ਕੁਝ ਕੰਟਰੋਲ ਜਿਹੜਾ ਰੱਖਿਆ ਗਿਆ। ਅੱਛਾ, ਇਹ ਗੱਲਾਂ ਵੀ ਲਿਖਾਈਆਂ ਜਾਂਦੀਆਂ ਉਸ ਜ਼ਮਾਨੇ 'ਚ ਜੇ ਸੋਸ਼ਲ ਮੀਡੀਆ ਹੁੰਦਾ ਤੇ ਮੇਰਾ ਖਿਆਲ ਹੈ ਕਿ ਬਹੁਤ ਉਹ ਵਾਲਾ ਕਾਰਕੁਨ ਜਿਹਨੂੰ ਵੋਟ ਲੈ ਕੇ ਤੇ ਸਿਆਸੀ ਜਮਾਤਾਂ ਭੁਲਾ ਦਿੰਦੀਆਂ ਨੇ, ਉਹਦਾ ਫਿਰ ਰਿਐਕਸ਼ਨ ਆਉਣਾ ਸੀ। ਹੁਣ ਇੰਝ ਹੀ ਹੁੰਦਾ ਹੈ। ਹਕੂਮਤਾਂ ਵਾਅਦਾ ਕਰਦੀਆਂ ਨੇ, ਮਸਲਨ ਇਹ ਹੁਣ ਇਲੈਕਸ਼ਨ ਹੋਏ ਸਨ ਜਿਹੜੇ 2026 ਦੇ, ਤੇ ਇਹਦੇ ਵਿੱਚ ਕਿਹਾ ਗਿਆ ਕਿ ਪੀਪਲਜ਼ ਪਾਰਟੀ ਨੇ ਵਕਫ ਕਿਹਾ ਤੇ ਲੀਗ ਨੇ ਵਕਫ ਕਿਹਾ ਕਿ ਜਨਾਬ ਅਸੀਂ 200 ਯੂਨਿਟ ਫ੍ਰੀ ਕਰਾਂਗੇ, ਉਹਨਾਂ ਕਿਹਾ 300 ਯੂਨਿਟ ਫ੍ਰੀ ਕਰਾਂਗੇ। ਹੁਣ ਸੋਸ਼ਲ ਮੀਡੀਆ ਤੇ ਬਾਰ-ਬਾਰ ਆ ਜਾਂਦਾ ਹੈ ਕਿ ਜਨਾਬ ਤੁਸੀਂ ਹਕੂਮਤ 'ਚ ਆ ਗਏ ਜੇ, ਸਾਰਾ ਕੁਝ ਤੁਹਾਡੇ ਕੋਲ ਹੈ ਤੇ ਹੁਣ ਕਰੋ ਯੂਨਿਟ ਮਾਫ। ਤੇ ਹੁਣ ਜਨਾਬ ਕੋਈ ਕਿਵੇਂ ਗੱਲ ਕਰਦਾ, ਕੋਈ ਕਿਵੇਂ, ਕੋਈ ਕਹਿੰਦਾ ਕਿ ਜਨਾਬ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ, ਕੋਈ ਕਹਿੰਦਾ ਅਸੀਂ ਗੁੰਜਾਇਸ਼ ਵੇਖਣ ਡਏ ਹਾਂ। ਫਿਰ ਇੱਕ ਹੋਰ ਗੱਲ ਜਿਹੜੀ ਹੋਈ, ਮੈਂ ਕਿਸੇ ਵਕਤ ਉਹਦੇ ਤੇ ਅਲੱਗ ਤੋਂ ਇੱਕ ਵਲੌਗ ਕਰਾਂਗਾ, ਜਿਹੜਾ ਮੋਟਰਸਾਈਕਲਾਂ ਦਾ ਇੱਕ ਪ੍ਰੋਜੈਕਟ ਸੀ ਪੰਜਾਬ ਦੇ ਵਿੱਚ ਇਲੈਕਟ੍ਰਿਕ ਬਾਈਕਸ ਦਾ। ਇਸ ਹਕੂਮਤ ਨੇ ਆ ਕੇ ਕਿਹਾ ਕਿ ਜੀ ਬਿਲਕੁਲ ਠੀਕ ਹੈ, ਮਾਹੌਲੀਆਤੀ ਦੋਸਤ, ਲੇਕਿਨ ਫਿਰ ਫੈਸਲਾ ਹੋਇਆ ਕਿ ਜਨਾਬ ਅਸੀਂ ਤਾਂ ਇਲੈਕਟ੍ਰਿਕ ਬਾਈਕਸ ਦੇਣੀਆਂ। ਇਹ ਕਿਉਂ ਹੋਇਆ? ਇਹਦੇ ਪਿੱਛੇ ਵੀ ਕੋਈ ਕੂਵਤ ਹੋਵੇਗੀ, ਕੋਈ ਮਾਰਕੀਟਿੰਗ ਏਜੰਸੀ ਹੋਵੇਗੀ। ਖੈਰ, ਇਹ ਉਹ ਚੀਜ਼ਾਂ ਛੋਟੀਆਂ, ਲੇਕਿਨ ਇੱਕ ਇਹ ਵੀ ਬੁਹਰਾਨ ਹੁੰਦਾ ਹੈ ਹਕੂਮਤਾਂ ਦਾ ਕਿ ਉਹਨਾਂ ਦੇ ਜਿਹੜੇ ਅਹੁਦੇ ਹੁੰਦੇ ਨੇ ਉਹ ਬੇਇਖਤਿਆਰ ਹੁੰਦੇ ਨੇ। ਉਹਦੇ ਦੇ ਉੱਤੇ ਲੋਕ ਬੈਠੇ ਹੁੰਦੇ ਨੇ, ਵਜ਼ੀਰ ਆਜ਼ਮ ਹੁੰਦੇ ਨੇ, ਵਜ਼ੀਰ ਆਲਾ ਹੁੰਦੇ ਨੇ, ਵਜ਼ੀਰ ਹੁੰਦੇ ਨੇ, ਕੋਈ ਹੋਰ ਵੀ ਮੁਸ਼ੀਰ ਹੁੰਦੇ ਨੇ, ਕਿਸੇ ਨਾ ਕਿਸੇ ਜਗ੍ਹਾ ਤੋਂ ਬੈਠੇ ਹੁੰਦੇ ਨੇ, ਲੇਕਿਨ ਉਹ ਬੇਇਖਤਿਆਰ ਹੁੰਦੇ ਨੇ। ਉਹ ਆਪਣਾ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਆਇਨ ਨੇ ਉਹਨਾਂ ਦੇ ਸਪੁਰਦ ਕੀਤਾ। ਜਦੋਂ ਇਹ ਨਹੀਂ ਹੁੰਦਾ ਤੇ ਹਕੂਮਤਾਂ ਬੁਹਰਾਨ ਦਾ ਸ਼ਿਕਾਰ ਹੋ ਜਾਂਦੀਆਂ, ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਦੀਆਂ ਜੜ੍ਹਾਂ ਹੀ ਨਹੀਂ ਹੁੰਦੀਆਂ ਤੇ ਲੋਕਾਂ ਦੀ ਮਦਦ ਤੋਂ ਬਗੈਰ, ਉਹਨਾਂ ਦੀ ਮਨਜ਼ੂਰੀ ਤੋਂ ਬਗੈਰ ਸਿਰਫ ਤੁਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਤਾਂ ਨਹੀਂ ਨਾ ਸਾਰਾ ਕੁਝ ਕਰ ਸਕਦੇ। ਇਹ ਜਮਹੂਰੀਅਤ ਹੀ ਨਹੀਂ ਹੈਗੀ, ਕਨਸੈਪਟ ਦੇ ਖਿਲਾਫ। ਤੇ ਇੱਕ ਬੁਹਰਾਨ ਇਸ ਵਾਸਤੇ ਪੈਦਾ ਹੁੰਦਾ ਕਿ ਆਵਾਮ ਦੇ ਜਿਹੜੇ ਮਸਾਇਲ ਨੇ ਉਹ ਹੱਲ ਕਰਨ 'ਚ ਹਕੂਮਤਾਂ ਨਾਕਾਮ ਹੋਣ। ਉਹ ਕਿਉਂ ਹੁੰਦੀਆਂ ਨੇ? ਉਹਦੀ ਵਜ੍ਹਾ ਵੀ ਇਹ ਹੋਈ ਕਿ ਬੇਇਖਤਿਆਰ ਹੁੰਦੇ ਨੇ, ਜਾਂ ਵਸਾਇਲ ਨਹੀਂ ਹੁੰਦੇ, ਜਾਂ ਫੈਸਲਾ ਜਦੋਂ ਕਰਦੇ ਨੇ ਤੇ ਕੋਈ ਉਹਨਾਂ ਦਾ ਫੈਸਲੇ ਤਬਦੀਲ ਕਰਾ ਦਿੰਦਾ। ਅੱਛਾ, ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ। ਇੱਕ ਗੱਲ ਇਹ ਹੁੰਦੀ ਕਿ ਇਹ ਸੋਸ਼ਲ ਮੀਡੀਆ ਕਿਉਂ ਉਭਰਿਆ? ਸੋਸ਼ਲ ਮੀਡੀਆ ਇਸ ਵਾਸਤੇ ਉਭਰਿਆ ਕਿ ਰਿਆਸਤ ਔਰ ਹਕੂਮਤ ਨੇ ਜਦੋਂ ਕੁਝ ਖਬਰਾਂ ਦੇ ਉੱਤੇ ਸੈਂਸਰਸ਼ਿਪ ਲਾਈ, ਕੁਝ ਖਬਰਾਂ ਦਾ ਬਲੈਕਆਊਟ ਕਰਵਾਇਆ, ਕੁਝ ਪਰਸਨੈਲਿਟੀਜ਼ ਨੂੰ ਰੋਕਿਆ, ਤੇ ਉਹਨਾਂ ਦੀ ਚੂੰਕਿ ਲੋਕਾਂ ਦੇ ਵਿੱਚ ਤਾਂ ਕਬੂਲੀਅਤ ਹੈਗੀ ਸੀ, ਜਾਂ ਲੋਕ ਉਸ ਇਸ਼ੂ ਦੇ ਉੱਤੇ ਗੱਲ ਕਰਨਾ ਚਾਹੁੰਦੇ ਸਨ, ਤੇ ਫਿਰ ਲੋਕਾਂ ਨੇ ਕਿਹਾ ਕਿ ਯਾਰ ਅਸੀਂ ਕਿੱਧਰ ਜਾਈਏ? ਜੇ ਜਲਸਾ ਕਰੀਏ, ਜਲੂਸ ਕੱਢੀਏ ਤੇ ਫੜੇ ਜਾਈਏ। ਤੇ ਲੋਕਾਂ ਨੇ ਸੋਸ਼ਲ ਮੀਡੀਆ ਦਾ ਰੁਖ ਕਰ ਲਿਆ। ਸੋਸ਼ਲ ਮੀਡੀਆ ਦੇ ਉੱਤੇ ਲਾਜ਼ਮੀ ਨਹੀਂ ਕਿ ਹਰ ਬੰਦਾ ਅਰਸਤੂ ਹੋਵੇ, ਹਰ ਬੰਦਾ ਜਿਹੜਾ ਵੇ ਉਹ ਬੜੀ ਹੀ ਨੱਪੀ ਤੁਲੀ ਗੱਲ ਕਰੇ। ਉੱਥੇ ਤਾਂ ਜਿਹੜੀ ਸਲਾਹੀਅਤ ਕਿਸੇ ਦੀ ਹੈਗੀ ਉਸੇ ਤਰ੍ਹਾਂ ਹੀ ਗੱਲ ਕਰੇਗਾ ਨਾ। ਉਹ ਬਹੁਤ ਪੜ੍ਹਿਆ ਹੈ ਤੇ ਉਹ ਚੰਗੇ ਸਲੂਕ 'ਚ ਗੱਲ ਕਰ ਲਏਗਾ, ਤੇ ਜੇ ਬੰਦਾ ਕੋਈ ਲੜ ਕੇ ਕਿਤੋਂ ਆਇਆ, ਉਹਨੂੰ ਗੁੱਸਾ ਹੈ, ਤੇ ਉਹ ਕਿਸੇ ਹੋਰ ਕੱਢੇਗਾ ਤੇ ਉੱਥੇ ਗਾਲੀ ਗਲੋਚ ਕਰ ਦੇਗਾ, ਸਖਤ ਲਫ਼ਜ਼ ਇਸਤੇਮਾਲ ਕਰ ਲਏਗਾ। ਤੇ ਸੋ ਇਹ ਸਖਤ ਲਫ਼ਜ਼, ਨਰਮ ਲਫ਼ਜ਼, ਚੰਗੇ ਲਫ਼ਜ਼, ਤੇ ਜਨਾਬ ਜਿਹੜੀ ਹੋਰ ਤਰ੍ਹਾਂ ਦੀ ਇੱਕ ਮੁਹੱਜ਼ਬ ਗੈਰ ਮੁਹੱਜ਼ਬ ਗੁਫ਼ਤਗੂ, ਇਹ ਸਾਰਾ ਮਿਲ ਕੇ ਇੱਕ ਨਾ ਬਲੈਂਡ ਜਿਹਾ ਬਣ ਜਾਂਦਾ ਹੈ। ਤੇ ਉਹਦੇ ਨਾਲ ਇੱਕ ਖਾਸ ਤਰ੍ਹਾਂ ਦੀ ਰਾਏ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹ ਅੱਗੇ ਆਉਂਦੀ। ਉਹ ਰਾਏ ਦੇ ਵਿੱਚ ਕੁਝ ਨੁਕਾਤ ਲੋਕਾਂ ਦੇ ਸਟ੍ਰਾਈਕ ਕਰਦੇ ਨੇ ਜ਼ਿਹਨ ਦੇ ਉੱਤੇ, ਔਰ ਫਿਰ ਉਹ ਮਕਬੂਲ ਹੋ ਜਾਂਦੇ। ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕੋਈ ਮਸਲਾ ਆਉਂਦਾ ਹੈ ਹਕੂਮਤ ਦੇ ਖਿਲਾਫ ਜਾਂ ਰਿਆਸਤ ਦੇ ਖਿਲਾਫ, ਤੇ ਲੋਕ ਉਹਦੇ ਉੱਤੇ ਆਪਣਾ ਰੱਦੇ-ਅਮਲ ਦਿੰਦੇ ਨੇ। ਖਾਸ ਤੌਰ ਤੇ ਜਦੋਂ ਹਕੂਮਤਾਂ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ, ਹਕੂਮਤਾਂ ਜਦੋਂ ਆਪਣੀ ਸਾਖ ਬਿਹਤਰ ਨਹੀਂ ਕਰਦੀਆਂ, ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਖਿਲਾਫ ਫਿਰ ਪੋਸਟ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦੇ ਵਿੱਚ ਉਹ ਵੀ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਪਹਿਲੇ ਉਹਨਾਂ ਦੇ ਹਾਮੀ ਹੁੰਦੇ ਨੇ, ਜਿਹੜੇ ਇੰਡੀਪੈਂਡੈਂਟ ਹੁੰਦੇ ਨੇ, ਗੈਰ ਜਾਨਮਦਾਰ ਹੁੰਦੇ ਨੇ, ਉਹ ਵੀ ਲੋਕ ਆਉਂਦੇ ਨੇ। ਔਰ ਐਸੇ ਲੋਕ ਵੀ ਆਉਂਦੇ ਨੇ ਜਿਹੜੇ ਆਮ ਹਾਲਾਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਖਿਆਲਾਤ ਦਾ ਇਜ਼ਹਾਰ ਨਹੀਂ ਕਰਦੇ, ਲੇਕਿਨ ਜਦੋਂ ਕੌਮੀ ਸਤ੍ਹਾ ਦੇ ਉੱਤੇ ਇੱਕ ਤਕਲੀਫ ਹੋਵੇ ਤੇ ਫਿਰ ਉਹ ਵੀ ਉਹਦੇ ਉੱਤੇ ਆਪਣੀ ਗੱਲ ਕਰਦੇ ਨੇ। ਮਿਸਾਲ ਦੇ ਤੌਰ ਤੇ ਮਹਿੰਗਾਈ ਜਿਹੜੀ ਹੈ ਉਹਦੇ ਤੋਂ ਹਰ ਅਮੀਰ ਗਰੀਬ ਹਰ ਤਬਕਾ ਜਿਹੜਾ ਹੈ, ਔਰ ਮਜ਼ਹਬੀ, ਨਸਲੀ,
ਇਲਾਕਾਈ ਸਤ੍ਹਾ ਦੇ ਉੱਤੇ ਜੋ ਵੀ ਤਬਕਾਤ ਔਰ ਗਰੋਹ ਨੇ ਉਹ ਸਾਰੇ ਹੀ ਮੁਤਾਸਰ ਹੁੰਦੇ ਨੇ। ਤੇ ਉਹ ਇੱਕ ਐਸਾ ਇਸ਼ੂ ਹੁੰਦਾ ਸਾਰੇ ਹੀ ਉਹਦੇ ਤੇ ਗੱਲ ਕਰਦੇ ਨੇ। ਇਸੇ ਤਰ੍ਹਾਂ ਇਸਲਾਮ ਦੇ ਹਵਾਲੇ ਨਾਲ ਗੱਲ ਹੋਵੇ ਤੇ ਉਹ ਮਜਮੂਈ ਤੌਰ ਤੇ ਮੁਸਲਮਾਨਾਂ ਦੀ ਜਿਹੜੀ ਆਬਾਦੀ ਦਾ ਇੱਥੇ ਅਕਾਇਦ ਹੈਗੇ ਨੇ ਪਾਕਿਸਤਾਨ ਦੇ ਵਿੱਚ, ਉਹ ਉਹਨੂੰ ਡਿਫੈਂਡ ਕਰਦੇ ਨੇ ਤੇ ਇਹਦੇ ਗੱਲ ਫਿਰ ਈਦ ਆਉਂਦੀ ਏ, ਰਮਜ਼ਾਨ ਆਉਂਦਾ ਹੈ, ਇਹਦੇ ਉੱਤੇ ਸਾਰੇ ਈਦ ਮੁਬਾਰਕ ਜਾਂ ਰਮਜ਼ਾਨ ਮੁਬਾਰਕ ਇਹ ਸਾਰੀਆਂ ਗੱਲਾਂ ਕਰਦੇ ਨੇ। ਇਹਨਾਂ ਗੱਲਾਂ ਦੇ ਨਾਲ ਹੀ ਜਦੋਂ ਕੌਮੀ ਗੱਲ ਆਉਂਦੀ ਜਾਂ ਲੋਕਾਂ ਦੇ ਖਿਲਾਫ ਲੋਕਾਂ ਨੂੰ ਦਬਾਉਣ ਦੀ ਗੱਲ ਆਉਂਦੀ ਤੇ ਸੋਸ਼ਲ ਮੀਡੀਆ ਦਾ ਜਿਹੜਾ ਰੱਦ ਅਮਲ ਹੈ ਬੜਾ ਹੈਰਾਨਕੁਨ ਹੈ। ਸੋਸ਼ਲ ਮੀਡੀਆ ਸਾਨੂੰ ਇੰਝ ਲੱਗਦਾ ਹੈ ਕਿ ਉਹ ਮੀਨਾਰੇ ਪਾਕਿਸਤਾਨ ਦੀ ਜਲਸਾਗਾਹ ਬਣ ਗਿਆ, ਕਿਉਂਕਿ ਲੋਕ ਬਾਹਰ ਨਿਕਲਣ ਤੇ ਦਫਾ 144 ਲੱਗ ਜਾਂਦੀ ਤੇ ਸੋਸ਼ਲ ਮੀਡੀਆ ਦਾ ਕੀ ਕੀਤਾ ਜਾਵੇ। ਇਸੇ ਵਾਸਤੇ ਹੀ ਹਕੂਮਤ ਭਾਵੇਂ ਪੀਟੀਆਈ ਦੀ ਹੋਵੇ ਭਾਵੇਂ ਨੂਨ ਲੀਗ ਦੀ ਹੋਵੇ, ਉਹ ਜਨਾਬ ਇਹ ਸੋਚਦੇ ਨੇ ਕਿ ਇਹ ਲੋਕਾਂ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਸੋਸ਼ਲ ਮੀਡੀਆ ਤੇ। ਇਹਦੇ ਵਾਸਤੇ ਕੋਈ ਪੀਕਾ ਕਾਨੂੰਨ ਬਣਾ ਦਿੰਦਾ ਹੈ, ਕੋਈ ਜਨਾਬ ਹੋਰ ਤਰ੍ਹਾਂ ਦੀਆਂ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ। ਔਰ ਇੱਕ ਜਿਹੜੀ ਮੁਸਲਸਲ ਗਲਤੀ ਕੀਤੀ ਜਾ ਰਹੀ ਪਿਛਲੀਆਂ ਕੁਝ ਹਕੂਮਤਾਂ ਦੀ ਮੈਂ ਦੇਖਿਆ ਕਿ ਐਸਾ ਵਜ਼ੀਰ ਇਤਲਾਤ ਲਾਇਆ ਜਾਂਦਾ ਹੈ ਜਿਹੜਾ ਬਦਜ਼ੁਬਾਨ ਹੋਵੇ, ਜਿਹੜਾ ਜ਼ਰੂਰੀ ਸਮਝੇ ਕਿ ਹਰ ਮਾਮਲੇ 'ਚ ਉਹਨੇ ਬੋਲਣਾ ਹੈ। ਮਤਲਬ ਮੇਰੀ ਨਜ਼ਰ ਦੇ ਵਿੱਚ ਜਿਹੜੇ ਆਖਰੀ ਮਾਕੂਲ ਵਜ਼ੀਰ ਇਤਲਾਤ ਸਨ ਉਹ ਕਮਰ ਜ਼ਮਾਨ ਕਾਇਰਾ ਤੇ ਸ਼ਹਿਰੀ ਰਹਿਮਾਨ ਸਨ। ਉਸ ਤੋਂ ਬਾਅਦ ਪਾਕਿਸਤਾਨ ਜਾਂ ਪੰਜਾਬ ਜਾਂ ਕਿਸੇ ਸਤ੍ਹਾ ਦੇ ਉੱਤੇ ਸਾਨੂੰ ਕੋਈ ਮਾਕੂਲ ਵਜ਼ੀਰ ਇਤਲਾਤ ਨਹੀਂ ਮਿਲੇ ਜਿਹੜੇ ਤਹੱਮਲ ਦੇ ਨਾਲ ਗੱਲ ਸੁਣਨ ਔਰ ਉਹਨਾਂ ਦੇ ਉੱਤੇ ਆਪਣਾ ਮੌਕਫ ਦੇਣ ਔਰ ਉਨੀ ਗੱਲ ਹੀ ਕਰਨ ਜਿੰਨੀ ਕੁ ਜ਼ਰੂਰੀ। ਸੋ ਗੱਲ ਇਹ ਵੇ ਕਿ ਜਨਾਬ ਇਹਦਾ ਹੱਲ ਫਿਰ ਕੀ ਹੈ? ਮਸਲੇ ਦਾ ਹੱਲ ਇਹ ਵੇ ਕਿ ਸੋਸ਼ਲ ਮੀਡੀਆ ਨੂੰ ਅਗਰ ਤੁਸੀਂ ਚਾਹੁੰਦੇ ਜੇ ਕਿ ਥੋੜ੍ਹੀ ਜਿਹੀ ਉਹਦੀ ਕੱਦ ਘੱਟ ਕੀਤਾ ਜਾਵੇ ਤੇ ਫਿਰ ਮੇਨ ਸਟਰੀਮ ਜਿਹੜਾ ਮੀਡੀਆ ਹੈ ਉਹਦੀ ਜਨਾਬ ਇੱਕ ਤਾਂ ਸਾਖ ਬਿਹਤਰ ਕਰੋ। ਜਿਹੜੇ ਤੁਹਾਡੇ ਮਾਊਥ ਆਰਗਨ ਨੇ ਲੋਕ ਜਿਨ੍ਹਾਂ ਨੂੰ ਫਰਜ਼ ਦਿੱਤਾ ਜਾਂਦਾ ਹੈ ਆਪਣਾ ਮੌਕਫ ਪੇਸ਼ ਕਰਨ ਵਾਸਤੇ, ਉਹ ਲੋਕਾਂ ਦੀ ਸਾਖ ਖਰਾਬ ਹੋ ਚੁੱਕੀ ਹੈ, ਉਹਦੇ ਉੱਤੇ ਤੋਜੋ ਦਿੱਤੀ ਜਾਵੇ। ਔਰ ਫਿਰ ਸਭ ਨਾਲ ਵੱਡੀ ਹੈ ਕਿ ਲੋਕਾਂ ਨੂੰ ਥੋੜ੍ਹੀ ਜਿਹੀ ਆਜ਼ਾਦੀ ਦਿੱਤੀ ਜਾਵੇ। ਮੇਰਾ ਖਿਆਲ ਹੈ ਕਿ ਇਹ ਅਗਰ ਸਾਰੀਆਂ ਚੀਜ਼ਾਂ ਵੱਲ ਧਿਆਨ ਕੀਤਾ ਜਾਵੇ ਤੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਨਹਿਸਾਰ ਲੋਕਾਂ ਦਾ ਵੱਧ ਰਿਹਾ ਉਹਨੂੰ ਘੱਟ ਕੀਤਾ ਜਾਵੇ ਕਿ ਜਿੱਥੇ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਨੇ ਉੱਥੇ ਕੁਝ ਨੁਕਸਾਨਾਤ ਵੀ ਨੇ। ਇਹਨਾਂ ਫੇਕ ਅਕਾਊਂਟ ਬਣਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਗੱਲ ਵੀ ਆ ਜਾਂਦੀ ਹੈ ਜਿਹੜੀ ਮੁਲਕ ਦੇ ਖਿਲਾਫ ਹੈ, ਜਿਹੜੀ ਸਾਡੀ ਯਕਜਹਿਤੀ ਦੇ ਖਿਲਾਫ ਹੈ। ਤੇ ਉਮੀਦ ਹੈ ਜਨਾਬ ਅੱਜ ਤੁਸੀਂ ਰਿਆਸਤੀ ਬੁਹਰਾਨਾਂ ਤੇ ਸੋਸ਼ਲ ਮੀਡੀਆ ਦੇ ਜਿਹੜੇ ਦਰਮਿਆਨ ਜਿਹੜੇ ਕੋਈ ਲਿੰਕ ਹੈਗੇ ਨੇ ਪਾਕਿਸਤਾਨ ਦੇ ਤਨਾਜ਼ਰ 'ਚ ਉਹਦੇ ਉੱਤੇ ਕੋਈ ਗੱਲ ਅਸੀਂ ਆਪਸ ਦੇ ਵਿੱਚ ਸ਼ੇਅਰ ਕਰਨ ਦੇ ਕਾਮਯਾਬ ਹੋਏ ਹੋਵਾਂਗੇ। ਸ਼ੁਕਰੀਆ ਜੀ।